ਆਪਾਂ ਘਵਿੰਡ ਤੋਂ ਕੋਈ ਜ਼ਿਆਦਾ ਦੂਰ ਨਹੀਂ ਗੇ। ਜਿੱਥੇ ਆਪਾਂ ਬੈਠੇ ਹਾਂ ਇਹ ਘਵਿੰਡ ਦੀ ਵਿਊ ਹੈ ਜੋ ਸੱਚੇ ਪਾਤਸ਼ਾਹ ਜੀ ਨੇ ਵੰਡ ਕੀਤੀ। ਨੇਕ ਕਲੰਕ ਨਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਇਹ ਖੇਤ ਹਨ ਔਰ ਸੱਚੇ ਸਾਹਿਬ ਘਵਿੰਡੋਂ ਸਵੇਰੇ ਆ ਜਾਣਾ ਘੋੜੇ ਤੇ ਚੜ੍ਹ ਕੇ ਜਾਂ ਪੈਦਲ ਔਰ ਇੱਥੇ ਆ ਜਾਣਾ ਸਿੱਖਾਂ ਦੇ ਨਾਲ ਸਾਰਾ ਦਿਨ ਇੱਥੇ ਬਿਤਾਉਣਾ। ਜਿਨ੍ਹਾਂ ਸਿੱਖਾਂ ਦਾ ਜ਼ਿਕਰ ਬਾਣੀ ਦੇ ਵਿੱਚ ਆਉਂਦਾ ਹੈ, ਕਵਿਤਾਵਾਂ ਦੇ ਵਿੱਚ ਆਇਆ ਇੱਥੇ ਪੁਰਾਣੇ ਸਿੱਖਾਂ ਦਾ, ਜਿੱਥੇ ਆਪਾਂ ਅੱਜ ਬਿਰਾਜਮਾਨ ਹਾਂ। ਇੱਥੇ ਖੇਤਾਂ ਦੇ ਵਿੱਚ ਹੀ ਸੱਚੇ ਪਾਤਸ਼ਾਹ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਨਾਲ ਰਹੇ ਹਨ, ਦਰਸ਼ਨ ਕੀਤੇ ਹਨ ਔਰ ਇੱਥੇ ਸਾਰਾ ਦਿਨ ਬਿਤਾਉਣਾ। ਫਿਰ ਰਾਤ ਨੂੰ ਸੱਚੇ ਪਾਤਸ਼ਾਹ ਜੀ ਨੇ ਕਣਕਪੁਰੀ ਨਗਰ ਨੂੰ ਚਲੇ ਜਾਣਾ, ਰਾਤ ਨੂੰ ਚਲੇ ਜਾਣਾ। ਇਹ ਵਿਹਾਰ ਸੀ ਨਿੱਤ ਦਾ ਹੀ, ਆਉਣਾ ਇੱਦਾਂ ਹੀ ਕਰਨਾ। ਇੱਥੇ ਸੱਚੇ ਪਾਤਸ਼ਾਹ ਦੇ ਨਾਲ ਸ਼ਿਕਾਰੀ ਵੀ ਇਕੱਠੇ ਹੋ ਜਾਣੇ ਜਿੱਥੇ ਆਪਾਂ ਬਿਰਾਜਮਾਨ ਹਾਂ। ਸ਼ਿਕਾਰ ਖੇਡਣ ਵਾਸਤੇ ਨਾਲ ਜੁੜ ਜਾਣੇ। ਉੱਥੇ ਸੱਚੇ ਪਾਤਸ਼ਾਹ ਜਿਸ ਦਿਸ਼ਾ ਨੂੰ ਹੀ ਜਾਣਾ ਨਾਲ ਸ਼ਿਕਾਰੀਆਂ ਨੇ ਕੁੱਤੇ ਲੈ ਕੇ ਆਪਣੇ ਔਰ ਸ਼ਿਕਾਰੀਆਂ ਨੇ ਨਾਲ ਜਿਹੜਾ ਸੱਚੇ ਪਾਤਸ਼ਾਹ ਦੇ ਤੁਰ ਪੈਣਾ। ਲੇਕਿਨ ਜਿਸ ਤੇ ਕਿਰਪਾ ਕਰੇ ਉਸ ਨੂੰ ਹੀ ਜਨਾਈ ਦਿੰਦਾ ਹੈ ਨੇਕ ਕਲੰਕ ਨਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਉਂਕਿ ਇਹਨਾਂ ਦਾ ਭੇਤ ਬਿਨ ਇਹਨਾਂ ਦੀ ਕਿਰਪਾ ਦੇ ਕਿਸੇ ਨੂੰ ਵੀ ਨਹੀਂ ਹੋ ਸਕਦਾ। ਆਪਾਂ ਬੜੇ ਕਰਮਾਂ ਵਾਲੇ ਹਾਂ ਕਿ ਆਪਾਂ ਨੂੰ ਸੋਝੀ ਹੋਈ ਔਰ ਦਰ ਦਰਵਾਜ਼ਾ ਜਿਹੜਾ ਉਹਦਾ ਆਪਾਂ ਜਾਣਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੋ ਜਿੱਥੇ ਆਪਾਂ ਬੈਠੇ ਹਾਂ ਇਹ ਵੀ ਥਾਂ ਸਹਾਵਾਂ ਹੈ। ਜੰਗਲ ਦੇ ਵਿੱਚ ਉਹਨੇ ਮੰਗਲ ਲਾਇਆ, ਸੱਚੇ ਪਾਤਸ਼ਾਹ ਜੀ ਨੇ ਜੰਗਲ ਦੇ ਵਿੱਚ ਮੰਗਲ ਲਾਇਆ। ਇੱਥੇ ਆ ਕੇ ਪ੍ਰਭ ਵਿਨਾਸ਼ੀ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਆਪਣਾ ਚਰਨ ਟਿਕਾਇਆ ਔਰ ਇਹ ਥਾਂ ਤਰਤ ਸਹਾਵੀ ਹੈ। ਬਹੁਤ ਹੀ ਵੱਡਾ ਭਾਗ ਹੈ ਕਿ ਆਪਣੇ ਤੇ ਕਿਰਪਾ ਕਰਕੇ ਔਰ ਆਪਾਂ ਨੂੰ ਦਰ ਦੁਆਰ ਬਾਰੇ ਸੋਝੀ ਪਾਈ। ਲਿਖਤ ਆਪਾਂ ਪੜ੍ਹਨ ਲੱਗੇ ਹਾਂ, ਇਸ ਲਿਖਤ ਨੂੰ ਆਪ ਜੀ ਨੇ ਸੁਣਨਾ ਹੈ। ਇਸ ਦੇ ਬਾਅਦ ਆਪਾਂ ਸਮੇਂ ਦੇ ਹਿਸਾਬ ਨਾਲ ਦੇਖਾਂਗੇ। ਪੱਤਰ ਛੋਟਾ ਪੜ੍ਹਨਾ ਹੈ, ਟਾਈਮ ਹੋਇਆ ਜੋ ਵੀ ਪੜ੍ਹਾਂਗੇ। ਜਿਹੜੇ ਮੇਰੀਆਂ ਭੈਣਾਂ ਸੁਣੀਆਂ ਨੇ ਉਹ ਥੋੜਾ ਜਿਹਾ ਸੌਣ ਹੋਵੋ ਤੇ ਜਾਗਣ ਦੀ ਕੋਸ਼ਿਸ਼ ਕਰੋ, ਸੌਂ ਨਾ। ਲਿਖਤ ਨੂੰ ਸੁਣੋ। ਜੋਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ। ਵਿਸ਼ਨੂੰ ਤੇਰਾ ਲੇਖਾ ਅੰਤ ਜਣਾਇਂਦਾ, ਅੰਤਮ ਲੇਖਾ ਹਰ ਕਰਤਾਰਾ ਏਕਾ ਏਕ ਜਣਾਈਆ। ਕਲ ਜਿਵੇਂ ਅੰਤਮ ਹੋਏ ਉਜਿਆਰਾ, ਨਿਰਗੁਣ ਆਪਣਾ ਰੂਪ ਵਟਾਈਆ। ਨਾਮ ਰਖਾਏ ਨੇਕ ਕਲੰਕ ਅਵਤਾਰਾ, ਕਲ ਕਲ ਕੇ ਫੇਰਾ ਪਾਈਆ। ਜੋ ਦਾਸੂਰ ਵੀਰ ਬੜੀ ਬਲਕਾਰਾ, ਕਲ ਆਪਣਾ ਆਪ ਰਖਾਈਆ। ਸਾਡੇ ਤਿੰਨ ਹੱਥ ਹੱਥ ਮੁਨਾਰਾ, ਲੋਕ ਮਾਤ ਦਈ ਵਡਿਆਈਆ। ਆਪੇ ਬਣੇ ਲੱਕੜਹਾਰਾ, ਬਣ ਬਾਡੀ ਸੇਵ ਕਮਾਈਆ। ਤਿੱਖਾ ਰੱਖੇ ਨਾਮ ਯਾਰਾ, ਦੋ ਜਹਾਨਾ ਚੀਰ ਵਕਾਈਆ। ਕਰੇ ਖੇਲ ਅਗਮ ਅਪਾਰਾ, ਬਣ ਤਰਖਾਨ ਵੇਸ ਵਟਾਈਆ। ਏਕਾ ਨਾਮ ਬੋਲ ਜੈਕਾਰਾ, ਸਿੰਘ ਸ਼ੇਰ ਨਾਮ ਰਖਾਈਆ। ਸ੍ਰਿਸ਼ਟ ਸੁਭਾਈ ਵੇਖੇ ਤੂੰ ਤਾਰਾ, ਰਹਿਣ ਅੰਧੇਰੀ ਛਾਈਆ। ਜੋਤੀ ਜੋ ਸਰੂਪ ਹਰੋ ਆਪ ਆਪਣੀ ਕਿਰਪਾ ਕਰੋ। ਅੰਤਮ ਲੇਖਾ ਰਿਆ ਜਣਾਈਆ, ਅੰਤਮ ਲੇਖਾ ਨਿਰੰਕਾਰ। ਨਿਰਗੁਣ ਆਪ ਜਣਾਈਆ।
ਲੇਖਾ ਜਾਣ ਗੁਰ ਅਵਤਾਰ, ਲੋਕ ਮਾਤ ਸਰਬ ਜਸ ਗਾਇਂਦਾ, ਪ੍ਰਗਟ ਹੋਵੇ ਮਹਾਬਲੀ ਅਵਤਾਰ, ਨਿਰਗੁਣ ਆਪਣਾ ਰੂਪ ਵਟਾਇਂਦਾ, ਸਰਗੁਣ ਲੇਖਾ ਜਗਤ ਵਿਹਾਰ, ਪੰਜ ਤਤ ਤਾਇਆ ਚੋਲਾ ਜਗਤ ਹਟਾਇਂਦਾ, ਯਾਰਾਂ ਨਾਲ ਬਣਿਆ ਰਹੇ ਯਾਰ, ਆਪਣਾ ਭੇਵ ਨਾ ਕਿਸੇ ਜਣਾਇਂਦਾ, ਬਣ ਸ਼ਿਕਾਰੀ ਖੇਡੇ ਸ਼ਿਕਾਰ, ਆਪਣਾ ਸ਼ਿਕਾਰ ਕਿਸੇ ਨਾ ਹੱਥ ਫੜਾਇਂਦਾ, ਅੰਦਰੇ ਅੰਦਰ ਮਾਰ ਲਲਕਾਰ, ਲਹਿਣਾ ਆਪਣਾ ਆਪ ਚੁਕਾਇਂਦਾ, ਸੰਤ ਮਣੀ ਸਿੰਘ ਕੋਲ ਕੁਵਾਰ, ਆਪਣਾ ਭੇਵ ਜਣਾਇਂਦਾ, ਕਰ ਪ੍ਰਕਾਸ਼ 72 ਨਾੜ, ਜੋਤੀ ਜਾਤਾ ਡਗਮਗਾਇਂਦਾ, ਜੋਤੀ ਜੋਤ ਸਰੂਪ ਹਰ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਆਪ ਸਮਝਾਇਂਦਾ, ਆਪਣਾ ਖੇਲ ਦਸੇ ਭਗਵਾਨ, ਫੇਰ ਕੋਈ ਨਾ ਪਾਈਆ, ਕਰਜੁਗ ਜੂ ਵਿੱਚ ਫਿਰੇ ਜਵਾਨ, ਨਜ਼ਰ ਕਿਸੇ ਨਾ ਆਈਆ, ਜਾਮਾ ਲਏ ਕਰ ਦਰਖਾਨ, ਤ੍ਰਿਖਾ ਸਬਦੀ ਦਏ ਬੁਝਾਈਆ, ਸੰਤ ਮਣੀ ਸਿੰਘ ਦੇ ਗਿਆਨ, ਨੇਤਰ ਗਿਆਨ ਇੱਕ ਖੁਲਾਈਆ, ਸੱਜਣ ਕਰ ਸਾਧ ਸੈਨ ਨਾ ਸਕੇ ਕੋਈ ਪਛਾਣ, ਵੇ ਪਹਿਚਾਨ ਵਿੱਚ ਕਦੇ ਨਾ ਆਈਆ, ਸੱਜਣ ਸਾਧ ਸੱਜਣ ਕਰ ਸਾਧ ਸੈਨ ਨਾ ਸਕੇ ਕੋਈ ਪਛਾਣ, ਪਹਿਚਾਨ ਵਿੱਚ ਕਦੇ ਨਾ ਆਈਆ, ਝੂਲੇ ਤੇ ਪੰਜ ਤਤ ਕਰਿਆ ਖੇਲ ਮਹਾਨ, ਹੱਥ ਪੈਰ ਅੰਗ 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 ਹਿਲਾਈਆ, ਜਦ ਟੁੱਟਦਾ ਰਿਆ ਜਿਵੇਂ ਅਸਮਾਨ, ਨਜ਼ਰ ਕਿਸੇ ਨਾ ਆਈਆ, ਖਾਣ ਪੀਣ ਰੱਖਿਆ ਵਿੱਚ ਜਹਾਨ, ਝੂਠਾ ਝੂਠਾ ਸੰਗ ਨਿਭਾਈਆ, ਜੋਤੀ ਜੋ ਸਰੂਪ ਹਰ, ਆਪ ਆਪਣੀ ਕਿਰਪਾ ਕਰ, ਵਿਸ਼ਨੂੰ ਏਕਾ ਗੁਣ ਸਮਝਾਈਆ, ਵਿਸ਼ਨੂੰ ਵੇਲਾ ਅੰਤ ਮੈਂ ਆਉਣਾ, ਹਰ ਹਰ ਆਪ ਜਣਾਇਂਦਾ, ਪੁਰਖ ਅਵਿਨਾਸ਼ੀ ਵੇਸ ਵਟਾਉਣਾ, ਨਾਨਕ ਗੋਬਿੰਦ ਰਾਤ ਗਾਇਂਦਾ, ਮੁਹੰਮਦ ਸੈਦਾ ਇੱਕ ਜੜਾਉਣਾ, ਕਦਮਾਂ ਇੱਕ ਪੜਾਇਂਦਾ, ਈਸਾ ਆਸ਼ਾ ਪੂਰ ਕਰਾਉਣਾ, ਪਰਵਰਦਗਾਰ ਵੇਸ ਵਟਾਇਂਦਾ, ਵੇਦ ਵਿਆਸਾ ਲਿਖਾ ਲਿਖੇ ਲਾਉਣਾ, ਉੱਚੇ ਟਿੱਲੇ ਪਰਬਤ ਪੂਤ ਸਪੂਤਾ ਬ੍ਰਾਹਮਣ ਗੌੜਾ, ਆਪਣਾ ਰੂਪ ਵਟਾਇਂਦਾ, ਸਿੰਘ ਸ਼ੇਰ ਨਾਮ ਰਖਾਉਣਾ, ਸ਼ੇਰ ਸਿੰਘ ਭੇਵ ਨਾ ਕਿਸੇ ਜਣਾਇਂਦਾ, ਕਰਜੁਗ ਚੋਲਾ ਆਪ ਹਟਾਉਣਾ, 52 ਅੱਖਰੀ 52 ਸਾਲ, ਅੰਕ ਅੰਕ ਨਾਲ ਵਡਿਆਇਂਦਾ, ਆਪਣਾ ਲੇਖਾ ਆਪ ਮਿਟਾਉਣਾ, ਪਸਮੜੇ ਆਪਣਾ ਰੂਪ ਵਟਾਇਂਦਾ, ਪੰਜ ਤਤ ਅਗਨੀ ਪੇਟ ਜੜਾਉਣਾ, ਤ੍ਰੈ ਗੁਣ ਲੰਬੂ ਆਪੇ ਲਾਇਂਦਾ, ਆਪਣਾ ਲੇਖਾ ਆਪ ਮੁਕਾਉਣਾ, ਕਾਕੀ ਖਾਤ ਤਨ ਮਿਲਾਇਂਦਾ, ਜੋਤੀ ਜੋਤ ਹਰਿ ਅਖਵਾਉਣਾ, ਨੂਰ ਨੂਰ ਡਗਮਗਾਇਂਦਾ,
तेरा मेला आप कराउणा, अपना पल्लो हाथ फड़ाइंदा, तेरा लेखा तेरे नेत्र विखाउणा, लोक माप फिराइंदा, लख 84 डेरा ढाउणा, ब्रह्मा मूल न कोई रखाइंदा, शंकर ज्योति जोत मिलाउणा, भोला नाथ पंध मुकाइंदा, करोड़ 33 अपने विच छपाउणा, सुरपत इंद रहन ना पाइंदा, साचा मार्ग का लाउणा, भोला नाथ पंध मुकाइंदा, करोड़ 33 अपने विच छपाउणा, सुरपत इंद रहन ना पाइंदा, साचा मार्ग का लाउणा, एका राह चलाइंदा, गुरे अवतारा पीर पैगंबरा, चार जुग दा लेना देना मात मुकाउणा, पूर्व लेखा वेख विखाइंदा, पुरख अविनाशी ने कलंक न रहन नर कर्ज वे अंत में अपना नाम तराउणा, नाम खंडा एक चमकाइंदा, लोआ पुरिया ब्रह्मंडा खंडा आपे खाउणा, सोया कोई रहन ना पाइंदा, सत संदेश नर नरेश, दो जाना आप सुनाउणा, सो पुरख निरंजन आपे गाइंदा, अंग ब्रह्म आत्म परमात्मा, ईश जीव एका कर बनाउणा, ग्रह मंदिर एक प्रगटाइंदा, विष्णु तेरा रंग चढ़ाउणा, रंग रंगीला अपनी दया कमाइंदा, भगवन टोला सब ने गाउणा, भगवन टोला सब ने गाउणा, जय जयकार आप कराइंदा, महाराज शेर सिंह नौ खंड पृथ्वी सत्ता दीपा, पुरख अकाल दीन दयाल क्षत्रिय ब्राह्मण शूद्र वैश्य, एका इष्ट नजरी आउणा, दूसरे और ना कोई रखाइंदा, मंदिर मस्जिद शिव द्वार मठ, गुरुद्वार अपना नूर टिकाउणा, नूरो नूर नूर प्रगटाइंदा, तीर्थ तट तीर्थ तट 68, गंगा गोदावरी जमुना सरस्वती, अपना चरण छाउणा, चरण द्वारे खिच बहाइंदा, निर्गुण सरगुण सरगुण निर्गुण अपना रूप तराइंदा, निर्गुण सरगुण खेल करतारो, हर करता आप कराइया, सरगुण रूप अगामे अपार, पंचम जेठ दे बड़ाइया, 26 को हो त्यार, सचखंड वसिया सच्चा माहिया, ज्योति जोत देवदार, शबदी मेला गोविंद माहिया, जगत चोला बन रंकार, साढ़े 3 हाथ बंक वड़ाइया, 9 खंड पृथ्वी कर्ज अंतम करे कुआर, राज रजाना शासन ताना खाक मलाइया, हुक्मी हुक्म हुक्म वरतार, तुर फरमाना एक सुनाइया, ज्योति जोत स्वरूप हारो, आप अपनी कृपा करो, कर जुग तेरी अंतम वारो, नेत्र अंत नारायण नारो,
सच सिंहासन पुरख विनाशन एका आसन लाइया एका आसन गया लग हर जो हर हर खेल कराएंदा प्रगट हो सुरा सरवग रूप अनूप टाएंदा संत सहेले फड़े जग जागृत जोत एक जगाएंदा संत मणि संग अंदर नाद नगारा गया वच सो पुरख निरंजन आप जाएंदा पुरख भगवंत लहे सत जुग जुग दा पंध मुकाएंदा गुरमुखा करे पार खत अग विचकार ना कोई टकाएंदा गुर सिख सज्जन बनाए साची अत गुर सिख सज्जन बनाए साची अत बंस सर बंस आप वड़ियाईंदा नाम निधाना अमृत प्याए साची मत मधुर रस एक उठाईंदा ज्योति जो स्वरूप हर आप अपनी कृपा कर पंज तत जोड़ा रखिया पड़दा ओदा अपना देव ना किसे जगाएंदा पंज तत अंदर ओला रख अपना आप विआस पाइया निर्गुण रूप हो प्रतख करे खेल वे परवाहिया कनकपुर वासी बोले लख एक जयकारा कहे लगाइया संत मणि सिंह मार्ग दस अपना पेव गया समझाइया निर्गुण नूर करे प्रकाश ज्योति ज्योत ज्योत रोशनाइया ज्योति ज्योत ज्योत रोशनाइया जन परताप से सदा पास विश्र करे ना जाइया विष्णु होना नायंत उदास विष्णु होना नायंत उदास प्रभ मेला मेले सहज सुभाइया ज्योति ज्योत स्वरूप हर आप अपनी कृपा करो कलयुग तेरी अंतम वार जगत सिंहासन पुरख विनाशन अपना आप मंडाइया ज्योति ज्योत स्वरूप हर आप अपनी कृपा करो कलयुग तेरी अंतम वार जगत सिंहासन पुरख विनाशन अपना आप हंडाइया। और संगतियों ये आप थोड़ी लिखत पढ़ी है विष्णु के नाल बाष्क की सेज के उपर बाष्क नाग की सेज के उपर विष्णु का वासा है और लक्ष्मी चरण कवड़ा चासती है और ये महाराज शेर सिंह विष्णु भगवान सच्चे पातशाह जी विष्णु ने भी विष्णु भगवान हैं विष्णु ने भी बाष्क सेजा के ऊपर लेट के और अपने मुख के विचों सोहन शब्द इन्हां दे नाम नूं गाया कि तू मेरा ते मैं तेरा और विष्णु ने जिस नूं गा विष्णु भगवान कह के सीस नवाया ये वो महाराज शेर सिंह विष्णु भगवान विष्णु दे भी विष्णु भगवान सो ये वार्तालाप सारी विष्णु दे नाल होई हर संगत जी सारी खेल जिस दे विच सारी खेल बारे दस दिता है कि किस तरह मैं खेल खेलनी है किस तरह मातलुक ते आना किस तरह मैं सारे लेखे पूरे करने हैं
आप ही अपना आप प्रगट करना, आप ही अपना लेखा पूरा करना, आप ही अपना नाम महाराज शेर सिंह कराना। ज्योति जो स्वरूप हारने आप ही पंज तन देह धारण करके मात के उत्ते जामा पाना, सारा लिखत दे विच लाना। पंचम जेठ नूं वडियाई दित्ती, पंज तन देह करके प्रगट होए, सगुण स्वरूप देह करके वडियाई मेरी देह। 26 पूर्ण सच्चे पातशाह कहा कि मैं पंज तन चोला छड़ के सचखंड पहुंच गया। फिर उत्थों वापस आके सचखंड दे विचों शब्द गुरु नूं नाल बुलाउणा और शब्द गुरु महाराज पूर्ण सिंह जी का लेख बाणी दे विच चलदा। फिर आके संभल ग्रह महाराज पूर्ण सिंह जी का जिहड़ा उस दे विच आके डेरा लाउणा, सचखंड दे विच फेरी पा के परत के आउणा और संभल बंद नूं अपना आप वांग फिर संभल वड़ियाउणा। और शिकारियां दे नाल शिकार खेडण दा भी सारा लेख कि यार बन के नाल महाराज जी कह रहे कि यार बन के नाल मैं यारां दे यार बन के नाल फिरदा रहा, लेकिन मैं अपना भेद किसी नूं नहीं दस्सिया। और रिश्तेदार भैन भाई साख सज्जन सैन बन के मात लोक पर मैं रहा, लेकिन मैं अपना भेद किसी नूं नहीं दिता। और जिन्हां नूं दिता सतगुरु मणि सिंह जी नूं, उन्हां बारे भी सच्चे पातशाह महाराज शेर सिंह विष्णु भगवान जी ने आपां नूं जनाई करवा दी कि किस तरह सतगुरु मणि सिंह जी दे अंदर मैं अपने नाम का नगारा जिहड़ा नाल वजाया, नाम नगारा वजया। सच्चा नगारा सतगुरु मणि सिंह दे अंदर शब्दी नगारा वजया। और साहिबां ने इस लिखत दे विच ही सारा आपां नूं दस दिता। विष्णु दे नाल जिहड़ी वार्तालाप कर रहे ने अकाल पुरख महाराज शेर सिंह विष्णु भगवान सच्चे पातशाह कि किस तरह मणि सिंह नूं नेत्र ज्ञान बख्शिश होना। नेत्र ज्ञान बख्शिश सतगुरु मणि सिंह जी नूं कर दिता। सच्चा नेत्र जिस नूं देव दृष्ट असीं कहने, तीजा नेत्र कहने, वो तीजे नेत्र की सोझी सतगुरु मणि सिंह जी नूं अकाल पुरख महाराज शेर सिंह विष्णु भगवान जी ने दित्ती है। दर घर दे विचों सतगुरु की उपाधि मिली। सतगुरु मणि सिंह जी ने हर संत जी को लेख जब आप पढ़ते हैं बाणी दे विच, सतगुरु मणि सिंह जी ने अकाल पुरख महाराज शेर सिंह विष्णु भगवान जी को अपना इष्ट मन्निया, अपना मात पित और अपना धुर दा मालक सतगुरु मणि सिंह जी ने अकाल पुरख महाराज शेर सिंह विष्णु भगवान कणकपुर वासी नूं अपना मालक ते इष्ट मन्निया। ये लेख बाणी विच चलदा। फिर जब आप अगे वचन साझा करते हैं और लिखत के आधार नाल आपां वेखदे हैं कि शब्द गुरु महाराज पूर्ण सिंह जी हैं। सतगुरु शब्द कह लो, शब्द गुरु कह लीए या गोबिंद शब्द कहिए, वख-वख नाम हैं, लेकिन है महाराज पूर्ण सिंह जी का नाम शब्द गोबिंद कहा गया है। महाराज पूर्ण सिंह जी बाणी जी अकाल पुरख दे शब्द सुत कहा गया है। जब आप लेख पढ़ते हैं तो सतगुरु शब्द ने महाराज पूर्ण सिंह जी ने गोबिंद शब्द धारने, शब्द गुरु ने भी अपना इष्ट केवल ते केवल महाराज शेर सिंह विष्णु भगवान जी ने रखा है कि मेरा ते केवल इष्ट एक तू है, दूसरा मेरा कोई इष्ट नहीं है जिसनों मैं अपना इष्ट रखता। ये भी सारा साफ ते स्पष्ट ग्रंथां दे विच लेख है। और ये जिहड़ा खेल अगे संभल दे विच कीता है, बाणी दे विच आपां थोड़ा पढ़िया है कि किस तरह पहला कणकपुरी दे विच प्रगट होना, पंजवीं जेठ नूं, फिर 26 पूर्ण ज्योति जाता रूप धारण कर लेना महाराज शेर सिंह विष्णु भगवान जी ने, फिर सचखंड चले जाना, फिर सचखंड दे विचों वापस उसे दिन परत के आउणा और संभल बंत वड़ियाउणा, महाराज पूर्ण सिंह दी देह दे विच आके जो स्वरूप बैठना और शब्द गुरु के नाल रल के अगली। और महाराज पूर्ण सिंह जी ने भी अपना इष्ट नेकलंक नारायण महाराज शेर सिंह जी भगवान का अवतार जो हंसा जी रखा है। ये लिखता लिखण का मंतव्य भी सी कि इष्ट बारे जब वचन चलता है
ਤੇ ਨੇਕ ਨੰਦ ਨਰਾਇਣ ਨਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਇਸ਼ਟ ਖਤਮ ਹੈ। ਪਿਛਲੇ ਵਿਹਾਰ ਦੀ ਹੱਟੀ ਪੋਚੀ ਗਈ ਹੈ, ਉਹ ਤੇ ਹੁਣ ਖੇਡ ਨਹੀਂ ਹੈ। ਇਹ ਤਾਂ ਮਨਮੱਤ ਦਾ ਵਚਨ ਹੈ, ਗੁਰਮੱਤ ਦਾ ਵਚਨ ਨਹੀਂ। ਮਨਮੱਤ ਦਾ ਜਿਹੜਾ ਵਚਨ ਹੈ ਜਾਂ ਮਨ ਦੇ ਮੱਤ ਦੇ ਨਾਲ ਆਪਾਂ ਕੋਈ ਵੀ ਸ਼ਬਦ ਬੋਲ ਸਕਦੇ ਹਾਂ, ਉਹਦਾ ਕੋਈ ਅਰਥ ਸੱਚਾ ਸੁੱਚਾ ਨਹੀਂ ਨਿਕਲਦਾ। ਆਪਾਂ ਗੁਰਮੱਤ ਨਾਲ ਵਚਨ ਸਾਂਝਾ ਕੀਤਾ, ਜੋ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮੱਤ ਸਾਨੂੰ ਦੇ ਰਹੇ ਨੇ ਔਰ ਸਾਨੂੰ ਸਮਝਾ ਰਹੇ ਨੇ, ਔਰ ਜੋ ਚੱਲਣਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜੋ ਗ੍ਰੰਥ ਦੇ ਵਿੱਚ ਦਰਜ ਹੋ ਗਿਆ ਇਹੀ ਸੱਚਾ ਪ੍ਰਮਾਣ ਮੰਨਿਆ ਜਾਣਾ ਹੈ। ਉਸ ਤੋਂ ਉਪਰੰਤ ਕੋਈ ਹੋਰ ਪ੍ਰਮਾਣ ਆਪਾਂ ਮਨਮੱਤ ਨਾਲ ਕੋਈ ਜੀਵ ਦਿੰਦਾ ਹੈ ਤੇ ਸੱਚ ਨਹੀਂ ਮੰਨਿਆ ਜਾਣਾ। ਜੋ ਗ੍ਰੰਥ ਦੇ ਵਿੱਚ ਦਰਜ ਹੈ ਇਹੀ ਆਪਾਂ ਮੰਨਣਾ ਹੈ, ਇਹੀ ਆਉਣ ਵਾਲੇ ਮੰਨਣ। ਇਸ ਦੇ ਵਿੱਚ ਲਿਖਤ ਦੇ ਵਿੱਚ ਲੈਣ ਆਈ ਜੇ ਆਪਨੇ ਸੁਣੀ ਹੋਵੇ, ਯਾਦ ਹੋਵੇ ਕਿ ਮਹਾਰਾਜ ਸ਼ੇਰ ਸਿੰਘ ਜੀ ਨੇ ਹੀ 9 ਖੰਡ ਪ੍ਰਿਥਵੀ 7 ਦੀਪ ਦੇ ਉੱਪਰ ਆਪਣਾ ਇਸ਼ਟ ਧਰਾਉਣਾ ਹੈ ਔਰ ਰਹਿਣਾ ਹੈ, ਰਵੇਗਾ, ਧਰਿਆ ਹੈ। ਸਾਡੇ ਵੀ ਇਸ਼ਟ ਨੇਕ ਨੰਦ ਨਰਾਇਣ ਨਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਨ ਔਰ ਰਹਿਣਗੇ, ਔਰ 9 ਖੰਡ ਪ੍ਰਿਥਵੀ 7 ਦੀਪ ਦੇ ਉੱਪਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਆਪਣਾ ਇਸ਼ਟ ਰੱਖਣਾ ਹੈ, ਰੱਖਿਆ ਹੈ ਔਰ ਰਵੇਗਾ। ਫਿਰ ਜਿਹੜਾ ਅੱਗੇ ਵਿਚਾਰ ਚੱਲਦਾ ਹੈ ਇਸ ਲਿਖਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਰੀ ਖੇਡ ਬਾਰੇ ਦੱਸਿਆ, ਨਿਰਗੁਣ ਔਰ ਸਰਗੁਣ। ਨਿਰਗੁਣ ਤੇ ਸਰਗੁਣ ਬਾਰੇ ਸੱਚੇ ਪਾਤਸ਼ਾਹ ਜੀ ਨੇ ਬੜਾ ਹੀ ਵਿਸਥਾਰ ਨਾਲ ਦੱਸ ਦਿੱਤਾ ਇਸ ਲਿਖਤ ਦੇ ਵਿੱਚ ਕਿ ਕਿਸ ਤਰ੍ਹਾਂ ਨਿਰਗੁਣ ਸਰਗੁਣ ਤੋਂ ਨਿਰਗੁਣ ਮੈਂ ਰੂਪ ਮਿਟਾ ਲੈਣਾ। ਨਿਰਗੁਣ ਵੀ ਆਪ ਹੈ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਹਰ ਸਕਦੇ ਨੇ। ਸਰਗੁਣ ਦੇ ਕਰਕੇ ਵੀ ਆਪ ਹਨ ਔਰ ਜੋਤ ਕਰਕੇ ਨਿਰਗੁਣ ਵੀ ਆਪ ਹਨ। ਨਿਰਗੁਣ ਸਰਗੁਣ ਔਰ ਸਰਗੁਣ ਤੋਂ ਸਰੂਪ ਤੋਂ ਦੇਹ ਤੋਂ ਫਿਰ ਜੋਤ ਰੂਪ ਹੋਏ, ਨਿਰਗੁਣ ਰੂਪ ਹੋਏ ਔਰ ਨਿਰਗੁਣ ਰੂਪ ਹੋ ਕੇ ਔਰ ਮਹਾਰਾਜ ਪੂਰਨ ਸਿੰਘ ਦੀ ਦੇਹ ਦੇ ਵਿੱਚ ਸੰਭਲ ਬੰਕ ਦੇ ਵਿੱਚ ਜਾ ਕੇ 32.5 ਸਾਲ ਅੱਗੇ ਖੇਡ ਖੇਲੀ। ਇਹ ਬਿਲਕੁਲ ਸੱਤ ਤੇ ਸੱਚ ਬਾਣੀ ਦੇ ਵਿੱਚ ਦਰਜ ਹੈ। ਇਹਦੇ ਵਿੱਚ ਵੀ ਇਹੀ ਆ ਰਿਹਾ ਕਿ ਕਿਸ ਤਰ੍ਹਾਂ ਵਿਸ਼ਨੂੰ ਦੇ ਨਾਲ ਬਚਨ ਹੋਇਆ, ਕਿਸ ਤਰ੍ਹਾਂ ਵਿਸ਼ਨੂੰ ਨੂੰ ਕਹਿ ਰਹੇ ਨੇ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਿ ਕਿਸ ਤਰ੍ਹਾਂ ਮੈਂ ਇਹ ਖੇਡ ਸਾਰੀ ਖੇਲਣੀ ਹੈ, ਸਾਰਾ ਦੱਸ ਰਹੇ ਨੇ। ਔਰ ਕਿਸ ਤਰ੍ਹਾਂ ਨਿਰਗੁਣ ਬਣਾ, ਨਿਰਗੁਣ ਤੋਂ ਸਰਗੁਣ, ਸਰਗੁਣ ਤੋਂ ਨਿਰਗੁਣ ਮੈਂ ਸਾਰਾ ਆਪਣਾ ਖੇਲ ਖੇਲਣਾ ਹੈ। ਆਪ ਆਪਣਾ ਖੇਲ ਖੇਲਣਾ ਹੈ। ਥੱਲੇ ਆ ਕੇ ਹਰ ਸੰਗਤ ਜੀ ਜਦੋਂ ਲਿਖਤ ਦੇ ਸਮਾਪਤੀ ਹੋਣ ਤੋਂ ਪਹਿਲਾਂ ਲਿਖਤ ਬਹੁਤ ਲੰਬੀ ਸੀ, ਸਮੇਂ ਦੇ ਲਿਹਾਜ਼ ਦੇ ਨਾਲ ਥੋੜੀ ਮੈਨੂੰ ਪੜ੍ਹਨੀ ਪਈ ਹੈ ਔਰ ਅੱਜ ਪੜ੍ਹਨੀ ਪੈਣੀ ਸੀ, ਸਮੇਂ ਦੀ ਮਾਤਰੀ ਆ। ਥੱਲੇ ਆ ਕੇ ਬੜਾ ਸਾਫ਼ ਤੇ ਸਪਸ਼ਟ ਵਰਣਨ ਕੀਤਾ ਕਣਕਪੁਰੀ। ਕਣਕਪੁਰੀ ਦੇ ਉੱਪਰ ਹਰ ਸੰਗਤ ਜੀਓ, ਭੈਣੋ ਤੇ ਭਰਾਓ, ਕੋਈ ਵੀ ਭੁਲੇਖਾ ਨਹੀਂ। ਸੱਚੇ ਪਾਤਸ਼ਾਹ ਜੀ ਨੇ ਕਣਕਪੁਰੀ ਘਵਿੰਡ ਪਿੰਡ ਨੂੰ ਹੀ ਬਣਾਇਆ ਹੈ, ਕਿਉਂਕਿ ਘਵਿੰਡ ਨਗਰ ਦੇ ਵਿੱਚ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇਹ ਕਰਕੇ ਪ੍ਰਗਟ ਹੋਏ। ਨਿਰਗੁਣ ਸਰਗੁਣ ਧਾਰ ਅਕਾਲ ਪੁਰਖ ਦੀ ਘਵਿੰਡ ਦੇ ਵਿੱਚ ਚੱਲੀ ਔਰ ਅਕਾਲ ਪੁਰਖ ਖੁਦ ਮਾਤ ਲੋਕ ਦੇ ਉੱਪਰ ਘਵਿੰਡ ਦੀ ਧਰਤੀ ਦੇ ਉੱਪਰ ਆਏ ਔਰ ਇਸ ਕਰਕੇ ਦੇਹ ਕਰਕੇ ਜਿੱਥੇ ਪ੍ਰਗਟ ਹੋਏ, ਜਿਸ ਨਗਰ ਦੇ ਵਿੱਚ ਦੇਹ ਕਰਕੇ ਰਹੇ ਹਰ ਸੰਗਤ ਜੀਓ, ਇਸ ਭਾਵ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕਣਕਪੁਰੀ ਘਵਿੰਡ ਤੋਂ ਕਣਕਾਪੁਰੀ ਬਣਾਈ ਹੈ। ਉਹ ਪੁਰੀ, ਉਹ ਸਥਾਨ, ਉਹ ਜਗ੍ਹਾ ਜਿੱਥੇ ਦੇਹ ਕਰਕੇ ਮੈਂ ਪ੍ਰਗਟ ਹੋਇਆ। ਔਰ ਆਪਣਾ ਆਪ ਥੱਲੇ ਲਿਖਿਆ ਕਣਕਪੁਰ ਵਾਸੀ ਜੋਤੀ ਜੋਤ ਸਰੂਪ ਹੈ। ਕਣਕਪੁਰ ਵਾਸੀ ਜੋਤੀ ਜੋਤ ਸਰੂਪ ਅਖਵਾਉਣਾ, ਜੋ ਹਰ ਬਾਣੀ ਦੇ ਵਿੱਚ ਮੋਹਰ ਲੱਗੀ ਹੈ ਹਰ ਸੰਗਤ ਜੀ। ਸੱਚੇ ਪਾਤਸ਼ਾਹ ਨੇ ਦੇਹ ਛੱਡ ਕੇ ਜੋਤ ਸਰੂਪ ਹੋ ਕੇ ਜਦ ਮਹਾਰਾਜ ਪੂਰਨ ਸਿੰਘ ਦੀ ਦੇਹ ਦੇ ਰਾਹੀਂ ਖੇਲ ਆਰੰਭਿਆ ਤੇ ਫਿਰ ਮੋਹਰ ਲਾਉਣੀ ਚਾਲੂ ਕੀਤੀ ਜੋਤੀ ਜੋਤ ਸਰੂਪ ਹਰ, ਕਿ ਮੈਂ ਸਰਬ ਆਤਮਾ ਦਾ ਪ੍ਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਾਂ। ਜੋਤੀ ਜੋਤ ਸਰੂਪ ਹਰ ਅਖਵਾਉਣਾ ਲਿਖਤ ਦੇ ਵਿੱਚ ਇਸੇ ਲਿਖਤ ਜਿਆ ਕਿ ਕਣਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਨੇ ਹੀ ਜੋਤੀ ਜੋਤ ਸਰੂਪ ਹਰ ਅਖਵਾਉਣਾ। ਜੇ ਆਪਾਂ ਥੋੜਾ ਹੋਰ ਵਿਚਾਰ ਕਰੀਏ, ਇਸੇ ਲਿਖਤ ਦੇ ਵਿੱਚ ਹੀ ਆ ਰਿਹਾ ਕਿ ਜੋਤੀ ਜੋਤ ਸਰੂਪ ਹਰੀ ਸਾਰੀ ਖੇਲ ਕਰ ਰਹੇ ਮਹਾਰਾਜ ਸ਼ੇਰ ਸਿੰਘ। ਔਰ ਇਹ ਉਹ ਸਥਾਨ ਸੀ ਜਿੱਥੇ ਅੱਜ ਆਪਾਂ ਵਿਰਾਜਮਾਨ ਆ, ਜਿੱਥੇ ਯਾਰਾਂ ਨਾਲ ਯਾਰ ਬਣ ਕੇ ਰਹੇ, ਸ਼ਿਕਾਰੀਆਂ ਨਾਲ ਸ਼ਿਕਾਰੀ ਬਣ ਕੇ ਸ਼ਿਕਾਰ ਖੇਡਿਆ, ਪਰ ਸਿੱਖਾਂ ਭਗਤਾਂ ਤੋਂ ਬਿਨਾਂ ਸੋਝੀ ਨਹੀਂ ਦਿੱਤੀ ਔਰ ਜਿਨ੍ਹਾਂ ਨੂੰ ਸੋਝੀ ਦਿੱਤੀ ਔਰ ਉਹਨਾਂ ਨੇ ਅੰਤਰਾਤਮਾ ਨੂੰ ਮੰਨਿਆ।